ਇਲਜ਼ਾਮ ਲੱਗਦੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਲੱਗਦੇ ਰਹੇ ਆ ਨਾ, ਫਰੈਂਡਲੀ ਮੈਚ ਖੇਡਦੇ ਰਹੇ ਆ, ਗੇਮ ਉਹਦੇ ਬਾਦਲਾਂ ਨਾਲ ਰਲ ਕੇ ਖੇਡਦੇ ਰਹੇ ਆ, ਤਾਂ ਨਹੀਂ ਕਾਰਵਾਈ ਕਰਦੇ ਸੀਗੇ ਜੀ। ਤੇ ਹੁਣ ਕਿਉਂ ਨਹੀਂ ਹੋ ਰਹੀ ਫਿਰ? ਵਜ਼ਾਰਤ 'ਚ ਆਉਂਦੇ ਨੇ, ਮੁੱਖ ਮੰਤਰੀ ਬਣਦੇ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਜਾਂਦਾ ਹੈ, ਜਿਹੜੀ ਉਹਨਾਂ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ, ਬੱਸਾਂ ਫੜ ਕੇ ਬੰਦ ਕੀਤੀਆਂ ਜਾ ਰਹੀਆਂ, ਕਿ ਤੁਹਾਨੂੰ ਲੱਗਦਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਵਧੀਆ ਕੰਮ ਕਰੇ? ਹਮੇਸ਼ਾ ਕੈਪਟਨ ਸਾਹਿਬ ਵੀ ਪੰਜਾਬ ਦੇ ਹਿੱਤ ਦੇ ਬਾਰੇ ਹੀ ਸੋਚਦੇ ਸੀਗੇ, ਮਗਰ ਇਹ ਜ਼ਰੂਰ ਹੈ ਕਿ ਉਹ ਲੋਕਾਂ ਨੂੰ ਮਿਲਦੇ ਨਹੀਂ ਸੀਗੇ ਸੌਖੇ। ਹੁਣ ਕਿਉਂ ਨਹੀਂ ਹੋ ਰਹੀ? ਸਾਰੇ ਕਹੀ ਜਾਂਦੇ ਨੇ ਕਿ ਬਸ ਹੁਣ ਹੋ ਰਹੀ ਹੈ, ਕੱਲ ਹੋ ਰਹੀ ਹੈ, ਪਰਸੋਂ ਹੋ ਰਹੀ ਹੈ। ਹੁਣ 50 ਦਿਨ ਦੇ ਉੱਤੇ ਨਿਕਲ ਗਏ, ਜੇ ਸਬੂਤ ਹੈ ਤੇ ਕਿਉਂ ਨਹੀਂ ਹੋਈ? ਫ੍ਰੈਂਡਲੀ ਮੈਚ ਨਹੀਂ ਖੇਡ ਰਹੇ ਸੀ, ਕਿਉਂਕਿ ਮੈਨੂੰ ਯਾਦ ਹੈ ਲੁਧਿਆਣਾ ਦੇ ਵਿੱਚ ਉਹਨਾਂ ਦੇ ਉੱਤੇ ਕਿੰਨੇ ਕੇਸ ਕੀਤੇ ਗਏ ਨੇ। ਇਹ ਤਾਂ ਵਿਚਾਰੇ ਆਪ ਵੀ ਤਰੀਕਾਂ ਭੁਗਤ ਜਾਂਦੇ ਨੇ। ਉਹ ਕਹਿੰਦੇ ਨੇ ਕਿ ਬਾਦਲਾਂ ਨਾਲ ਸਾਡੀ ਹੈ ਨਹੀਂ ਵੀ ਹੈ, ਕਿਉਂ ਕੋਡ ਆਫ ਕੰਡਕਟ ਦਾ ਇੰਤਜ਼ਾਰ ਕੀਤਾ ਜਾਂਦਾ ਹੈ? ਪਹਿਲਾਂ ਕਿਉਂ ਨਹੀਂ 86 ਜਿਹੜੇ ਲੀਡਰ ਹੈ ਉਹ ਘਰਾਂ ਚੋਂ ਨਹੀਂ ਨਿਕਲਦੇ? ਜਦੋਂ ਐਂਡ ਤੇ 4.5 ਸਾਲ ਪੌਣੇ 5 ਸਾਲ ਹੋ ਜਾਂਦੇ ਆ, ਉਹਦੇ ਕਿਉਂ ਬਾਹਰ ਆਉਂਦੇ ਆ? ਉਹਦੇ ਕਿਉਂ ਲੋਕਾਂ ਦੀ ਫਿਕਰ ਹੋ ਜਾਂਦੀ ਹੈ? ਇਹ ਤਾਂ ਸਤਿ ਸ਼੍ਰੀ ਅਕਾਲ, ਮੈਂ ਰਣਜੀਤ ਗਿੱਲ ਲੈ ਕੇ ਹਾਜ਼ਰ ਹਾਂ ਸਿਆਸੀ ਚਰਚਾ ਦੇ ਦੌਰਾਨ ਅੱਜ ਸ਼੍ਰੀ ਮੁਕਤਸਰ ਸਾਹਿਬ ਤੋਂ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਮੈਡਮ ਕਰਨ ਕੌਰ ਬਰਾੜ ਜੀ, ਬਰਾੜ ਫੈਮਿਲੀ ਦਾ ਵੱਡਾ ਨਾਂ ਸ਼੍ਰੀ ਮੁਕਤਸਰ ਸਾਹਿਬ ਦੀ ਸਿਆਸਤ ਦੇ ਵਿੱਚ, ਤੇ ਹਾਲਾਂਕਿ ਸ਼੍ਰੀ ਮੁਕਤਸਰ ਸਾਹਿਬ ਤੋਂ ਵੀ ਉੱਤੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਸਿਆਸੀ ਜਿਹੜੇ ਸਰਗਰਮੀਆਂ ਨੇ, ਕਿਸ ਤਰ੍ਹਾਂ ਦੇ ਹਾਲਾਤ ਨੇ। ਸਤਿ ਸ਼੍ਰੀ ਅਕਾਲ ਮੈਡਮ, ਸਭ ਤੋਂ ਪਹਿਲਾਂ ਸੱਚਮੁੱਚ ਸਵਾਗਤ ਹੈ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਦੀਆਂ ਸਿਆਸੀ ਸਰਗਰਮੀਆਂ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦੇ ਜਿਹੜੇ ਚੱਲ ਰਹੇ ਨੇ ਸਿਆਸੀ ਹਾਲਾਤ? ਦੇਖੋ ਜੀ, ਹੁਣੇ ਆਪਣੇ 2 ਮਹੀਨੇ ਦੇ ਪੰਜਾਬ ਦੇ ਵਿੱਚ ਬਹੁਤ ਹਲਚਲ ਹੋਈ ਹੈ। ਕੈਪਟਨ ਸਾਹਿਬ ਨੂੰ ਲਾ ਕੇ ਹੁਣ ਚੰਨੀ ਜੀ ਸਾਡੇ ਸੀਐਮ ਬਣੇ ਨੇ, ਤੇ ਕੁਛ ਦੇਰ ਦੇ ਲਈ ਇਹ ਨਹੀਂ ਪਤਾ ਸੀ ਕਿ ਕਿਵੇਂ ਚੱਲੂਗਾ ਕੰਮ, ਕੀ ਹੋਊਗਾ। ਮਗਰ ਮੈਨੂੰ ਬਹੁਤ ਤਸੱਲੀ ਹੈ ਕਿ ਚੰਨੀ ਜੀ ਨੇ ਬਹੁਤ ਸਹੀ ਤਰੀਕੇ ਦੇ ਨਾਲ ਹਕੂਮਤ ਸੰਭੀ ਹੈ ਤੇ ਪੰਜਾਬ ਨੂੰ ਤਰੱਕੀ ਦੇ ਰਾਹਾਂ ਦੇ ਉੱਤੇ ਹੀ ਤੋਰਿਆ ਹੈਗਾ। ਤੇ ਇਸ ਲਈ ਸਾਡੇ ਵਰਗੇ ਜਿਹੜੇ ਕੱਟੜ ਕਾਂਗਰਸੀ ਹੈ, ਟਕਸਾਲੀ ਕਾਂਗਰਸੀ ਸਮਝ ਲਓ, ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿ ਸਾਡੀ ਪਾਰਟੀ ਹੁਣ ਫੁੱਲਦੀ ਫਲਦੀ ਦਿਖ ਰਹੀ ਹੈ। ਨਹੀਂ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕਦਮ 4.5 ਸਾਲ ਬਾਅਦ ਲਾ ਦੇਣਾ? ਕੀ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਕੰਮਾਂ ਤੋਂ ਸੰਤੁਸ਼ਟ ਨਹੀਂ ਸੀ, ਕਿ ਕੰਮਕਾਰ ਉਹ ਚੰਗੇ ਨਹੀਂ ਕੀਤੇ ਉਹਨਾਂ ਨੇ? ਦੇਖੋ ਜੀ, ਕੰਮ ਤਾਂ ਉਹਨਾਂ ਨੇ ਕੀਤੇ, ਕਿਉਂਕਿ ਆਪਣੀ ਸਰਕਾਰ ਦੇ ਵਿੱਚ ਹਮੇਸ਼ਾ ਕੈਪਟਨ ਸਾਹਿਬ ਵੀ ਪੰਜਾਬ ਦੇ ਹਿੱਤ ਦੇ ਬਾਰੇ ਹੀ ਸੋਚਦੇ ਸੀਗੇ, ਮਗਰ ਇਹ ਜ਼ਰੂਰ ਹੈ ਕਿ ਉਹ ਲੋਕਾਂ ਨੂੰ ਮਿਲਦੇ ਨਹੀਂ ਸੀਗੇ ਸੌਖੇ। ਇਹਦੇ ਵਿੱਚ ਕਰੋਨਾ ਮਹਾਮਾਰੀ ਦਾ ਵੀ ਹੱਥ ਸੀਗਾ, ਉਹ ਵੀ ਹੈ ਸੀ, ਮਗਰ ਲੋਕੀ ਜੇ ਨਹੀਂ ਸੰਤੁਸ਼ਟ ਹੈ ਤਾਂ ਆਪਣੇ ਲੋਕਤੰਤਰ, ਤੇ ਲੋਕਤੰਤਰ ਦੀ ਆਵਾਜ਼ ਫਿਰ ਉੱਠੂਗੀ, ਕਿਉਂਕਿ ਅਸੀਂ ਕੋਈ ਕਿਸੇ ਦੇ ਨੀਚੇ ਦੱਬੇ ਤਾਂ ਹੈ ਨਹੀਂ। ਲੋਕਾਂ ਦੀ ਆਵਾਜ਼ ਦੇ ਨਾਲ ਹੀ ਸਾਡੀ ਸਰਕਾਰਾਂ ਬਣਦੀਆਂ ਜਾਂ ਟੁੱਟਦੀਆਂ ਨੇ, ਤੇ ਲੋਕਤੰਤਰ ਨੂੰ ਕਾਇਮ ਰੱਖਣ ਦੇ ਲਈ ਜਦ ਉਹਨਾਂ ਦੇ ਖਿਲਾਫ ਚੱਲੀ ਹੈਗੀ ਇਹ ਮੁਹਿੰਮ, ਤੇ ਫਿਰ ਉਹਦੇ ਬਾਰੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ। ਇਹੀ ਕਹਾਂਗੇ ਕਿ ਲੋਕਤੰਤਰ ਦੇ ਹਿਸਾਬ ਦੇ ਨਾਲ ਉਹਨਾਂ ਨੇ ਜੋ ਕੀਤਾ। ਵਾਕਈ ਨਹੀਂ ਮਿਲਦੀ ਸੀ? ਤੁਸੀਂ ਤਾਂ ਇੱਕ ਪਰਿਵਾਰਕ ਰਿਸ਼ਤਾ ਵੀ ਤੁਹਾਡਾ ਨੇੜੇ ਦਾ ਰਿਸ਼ਤਾ ਹੈ। ਕਿ ਕੈਪਟਨ, ਜਿਸ ਤਰ੍ਹਾਂ ਦੇ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲੱਗਦੇ ਆ ਵੀ ਸਿਸਮਾ ਫਾਰਮ 'ਚ ਹੀ ਰਹਿੰਦੇ ਸੀ ਜ਼ਿਆਦਾਤਰ, ਮਿਲਣਾ ਬਹੁਤ ਔਖਾ ਹੁੰਦਾ, ਜਿਵੇਂ ਤੁਸੀਂ ਵੀ ਕਿਹਾ ਹੈ ਨਾ ਵੀ ਮਿਲਣਾ ਔਖਾ ਸੀ। ਦੇਖੋ ਜੀ, ਮੈਂ ਐਵੇਂ ਤੁਹਾਨੂੰ ਗੱਪ ਮਾਰਾਂ ਜੀ, ਮੈਂ ਮਿਲਦੀ ਸੀਗੀ ਜਦ ਲੋੜ ਪੈਂਦੀ ਸੀਗੀ, ਮਗਰ ਮੈਨੂੰ ਕਦੀ ਨਾ ਨਹੀਂ ਕੀਤੀ। ਮਗਰ ਇਹ ਵੀ ਮੈਂ ਕਹੂੰਗੀ ਕਿ ਕਿਸੇ ਵੀ ਮੁੱਖ ਮੰਤਰੀ ਨੇ ਸਾਨੂੰ ਨਾ ਨਹੀਂ ਕੀਤੀ। ਬਾਦਲ ਸਾਹਿਬ ਵੀ ਹਮੇਸ਼ਾ ਮੈਨੂੰ ਇੱਜ਼ਤ ਦੇ ਨਾਲ ਮਿਲਦੇ ਰਹੇ, ਤੇ ਉਸ ਤੋਂ ਪਹਿਲੇ ਤੇ ਉਸ ਤੋਂ ਬਾਅਦ ਵੀ ਜਿਸ ਵੀ ਅਸੀਂ ਮੰਤਰੀ ਜਾਂ ਕਿਸੇ ਮੁੱਖ ਮੰਤਰੀ ਦੇ ਕੋਲ ਗਏ ਹਾਂ, ਮੇਰਾ ਖਿਆਲ ਬਰਾੜ ਸਾਹਿਬ ਦਾ ਨਾਮ ਹੀ ਇਹੋ ਜਿਹਾ ਉੱਚਾ ਸੀਗਾ, ਸਰਦਾਰ ਹਰਚਰਨ ਸਿੰਘ ਬਰਾੜ ਜੀ ਦਾ। ਨਾਲ ਸਾਡੇ ਪਰਿਵਾਰ ਦੇ ਬਾਰੇ ਮੈਨੂੰ ਬੜਾ ਮਾਣ ਹੈ ਕਿ ਲੋਕੀ ਇੱਜ਼ਤ ਕਰਦੇ ਨੇ, ਤੇ ਸਾਨੂੰ ਕਦੀ ਕਿਸੇ ਨੇ ਨਾ ਨਹੀਂ ਕੀਤੀ। ਕੈਪਟਨ ਸਾਹਿਬ ਵੀ ਮਿਲਦੇ ਸੀ, ਮਗਰ ਮੈਂ ਉਹਨਾਂ ਨੂੰ ਘੱਟ ਵੱਧ ਹੀ ਮਿਲਦੀ ਸੀਗੀ, ਖਾਲੀ ਜਦ ਲੋੜ ਪੈਂਦੀ ਸੀ ਮਿਲਦੀ ਸੀਗੀ। ਅੱਗੇ ਪਿੱਛੇ ਮੈਨੂੰ ਲੋੜ ਨਾ ਹੀ ਹੁੰਦੀ, ਮੈਂ ਕਿਸੇ ਨੂੰ ਵੀ ਨਹੀਂ ਮਿਲਦੀ ਰਹੀ। ਕੰਮ ਦੇ ਵਿੱਚ ਜ਼ਰੂਰ ਅਸੀਂ ਰੁੱਝਦੇ ਰਹਿੰਦੇ ਹਾਂ, ਪਰ ਲੋਕਾਂ ਦੇ ਕੰਮਾਂ ਦੇ ਲਈ ਲੋਕਾਂ ਨੂੰ ਮਿਲਦੇ ਸੀਗੇ। ਹਾਂਜੀ, ਹਲਕੇ ਦੀ ਗੱਲ ਕਰੀਏ ਤਾਂ ਜਿਹੜਾ ਸਿਆਸੀ ਹਵਾ ਹੈ ਨਾ, ਉਹਦੇ ਉਲਟ ਭੁਗਤਦੇ ਆ ਲੋਕ, ਜਿਹੜੇ ਇੱਥੋਂ ਦੀ ਫਿਜ਼ਾ ਲੋਕਾਂ ਦੀ। ਕੀ ਲੱਗਦਾ, ਕੀ ਕਾਰਨ ਸਮਝਦੇ ਆ ਇਹਨੂੰ ਵੀ ਕਿਉਂ ਲੋਕ ਜਦੋਂ ਸਰਕਾਰ ਵਿੱਚ ਦੂਜੇ ਆਪਣੇ ਸੱਤਾ ਧਿਰ ਨਹੀਂ ਹੁੰਦੀ, ਉਲਟ ਇੱਥੋਂ ਦੇ ਲੋਕ ਭੁਗਤਦੇ ਆ? ਤੁਹਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ? ਮੇਰੇ ਨਾਲ ਨਹੀਂ ਖਾਲੀ ਜੀ, ਮੇਰੇ ਪੂਰੇ ਟੱਬਰ ਨਾਲ ਹੋਇਆ। ਜੇ ਤੁਸੀਂ ਇਤਿਹਾਸ ਦੇਖੋ, 77 ਦੇ ਵਿੱਚ
ਮੇਰੇ ਘਰ ਵਾਲੇ ਸਨੀ ਜੀ ਕੰਵਰਜੀਤ ਸਿੰਘ ਬਰਾੜ ਇਲੈਕਸ਼ਨ ਜਿੱਤੇ ਅਕਾਲੀ ਰਾਜ। 80 ਦੇ ਵਿੱਚ ਬਰਾੜ ਸਾਹਿਬ ਖੜੇ ਹੋਏ, ਦਰਬਾਰਾ ਸਿੰਘ ਮੁੱਖ ਮੰਤਰੀ ਬਣੇ, ਬਰਾੜ ਸਾਹਿਬ ਨੂੰ ਹਰਾਤਾ। 85 ਦੇ ਵਿੱਚ ਸਾਡੀ ਵੱਡੀ ਬੀਬੀ ਮੇਰੇ ਸੱਸ ਸਾਹਿਬ ਬੀਬੀ ਗੁਰਵਿੰਦਰ ਕੌਰ ਬਰਾੜ ਉਹ ਖੜੇ ਹੋਏ, ਵਿਰੋਧੀ ਧਿਰ ਦੇ ਨੇਤਾ ਬਣੇ। ਤੇ ਉਸ ਤੋਂ ਬਾਅਦ ਤੁਸੀਂ ਪਹਿਲੀ ਵਾਰ ਅਸੀਂ ਢਾਂਚੇ ਵਿੱਚ ਆਏ ਹਾਂ ਉਦੋਂ ਜਦ ਬੇਅੰਤ ਸਿੰਘ ਦਾ ਸਰਕਾਰ ਬਣਿਆ। ਉਦੋਂ ਬਰਾੜ ਸਾਹਿਬ ਪਹਿਲੇ ਸਿੰਚਾਈ ਮੰਤਰੀ ਤੇ ਬਿਜਲੀ ਦੇ ਮੰਤਰੀ ਬਣੇ। ਆ ਸਾਰੇ ਹਥਾੜ ਦੇ ਵਿੱਚ ਉਹਨਾਂ ਨੇ ਨਹਿਰਾਂ ਕੱਢੀਆਂ। ਤੇ ਉਸ ਤੋਂ ਬਾਅਦ ਜਦੋਂ ਹਾਦਸਾ ਹੋਇਆ ਉਹਨਾਂ ਨੂੰ ਮੁੱਖ ਮੰਤਰੀ ਬੁਲਾਏ ਤੇ ਮੁਕਤਸਰ ਨੂੰ ਬਹੁਤ ਫਾਇਦਾ ਹੋਇਆ ਉਸ ਦਾ। ਉਸ ਤੋਂ ਬਾਅਦ ਫੇਰ ਉਹੀ ਗੇੜਾ ਸ਼ੁਰੂ ਹੋ ਗਿਆ। ਹਾਂ, ਇੱਕ ਭਾਈ ਸਾਹਿਬ ਭਾਈ ਕੁੱਕੂ ਨੂੰ ਉਹਨਾਂ ਨੇ ਜਦ ਵੋਟ ਪਾਈ ਸੀਗੀ ਉਦੋਂ ਅਕਾਲੀ ਰਾਜ ਸੀ, ਮਗਰ ਜਿੰਨਾ ਪੈਸਾ ਬਰਾੜ ਸਾਹਿਬ ਲੈ ਕੇ ਆਏ ਸੀ ਮੁਕਤਸਰ ਦਾ ਉਹ ਬਾਦਲਾਂ ਨੇ ਚੁੱਕ ਕੇ ਮਲੋਟ ਤੇ ਬਾਦਲ ਪਿੰਡ ਲੈ ਗਏ ਤੇ ਉਹਦਾ ਘਾਟਾ ਵੀ ਹੋਇਆ ਤੇ ਫਿਰ ਵੀ ਕੁਝ ਨਹੀਂ ਬਣਿਆ। ਉਸ ਤੋਂ ਬਾਅਦ ਤੁਸੀਂ ਹਰ ਇਲੈਕਸ਼ਨ ਦੇਖੋ, ਆ ਹੁਣ 2007 ਦੇ ਵਿੱਚ ਸਨੀ ਜੀ ਜਿੱਤੇ ਅਕਾਲੀ ਰਾਜ, ਮੈਂ 12 'ਚ ਜਿੱਤੀ ਅਕਾਲੀ ਰਾਜ। ਤੇ ਹੁਣ ਮੌਕਾ ਸੀਗਾ ਕੰਮ ਕਰਨ ਦਾ। ਕੰਮ ਤਾਂ ਅਸੀਂ ਹੁਣ ਵੀ ਕੀਤੇ। ਮੈਂ ਐਵੇਂ ਕਹਾਂ, ਕੈਪਟਨ ਸਾਹਿਬ ਨੇ ਮੈਨੂੰ ਜੇ ਮੈਂ ਕਦੀ ਕੋਈ ਕੰਮ ਕਿਹਾ ਉਹਨਾਂ ਨੂੰ ਪਤਾ ਸੀ ਇਹ ਜਾਇਜ਼ ਕੰਮ ਹੀ ਕਹਿੰਦੀ ਹੈ, ਨਾ ਨਹੀਂ ਕੀਤੀ। ਮਗਰ ਜੇ ਮੈਂ ਜਿੱਤ ਜਾਂਦੀ ਫਿਰ ਹੋਰ ਗੱਲ ਹੋਣੀ ਸੀ, ਕਿਉਂਕਿ ਫਿਰ ਅਸੀਂ ਰੋਬ ਦੇ ਨਾਲ ਕੰਮ ਕਰਾਂਦੇ, ਹੁਣ ਦਰਖਾਸਤਾਂ ਦੇ ਨਾਲ ਕਰਾਈਆਂ, ਫਰਕ ਪੈਂਦਾ ਹੈ। ਹਾਂਜੀ, ਤੇ ਮੈਂ ਇਹ ਜ਼ਰੂਰ ਕਹੂੰਗੀ ਜੀ ਮੁਕਤਸਰ ਵਾਲਿਓ ਹੁਣ ਵੀ ਸੁਧਰ ਜਾਓ, ਹਵਾ ਦੇਖ ਲਿਆ ਕਰੋ। ਹਵਾ ਦੇ ਨਾਲ ਪਾਓਗੇ। ਜੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਤੇ ਫਿਰ ਤੁਸੀਂ ਹਵਾ ਦੇਖ ਕੇ ਵੋਟਾਂ ਪਾਓ ਕਿ ਸਾਡੇ ਬੱਚਿਆਂ ਨੂੰ ਇਹਦੇ ਵਿੱਚ ਕੀ ਫਾਇਦਾ ਹੈ। ਇਹਦਾ ਮਨ ਦੇ ਵਿੱਚ ਰਹਿੰਦਾ ਹੈ ਵੀ ਸਰਕਾਰ ਹੁੰਦਿਆਂ ਹੋਇਆਂ ਵੀ ਐਮਐਲਏ ਨਹੀਂ ਬਣ ਸਕੇਗੀ, ਹੈ ਨਾ, ਕੰਮਕਾਰ ਲੋਕਾਂ ਦੇ ਕਰਦੇ ਰਹਿੰਦੇ ਹੋ, ਫਿਰ ਵੀ ਗਿਲਾ ਰਹਿੰਦਾ ਕਿਤੇ ਨਾ ਕਿਤੇ? ਗਿਲਾ ਨਹੀਂ ਜੀ, ਸਾਡੇ ਟੱਬਰ ਦਾ ਹੋਰ ਹੀ ਐਟੀਟਿਊਡ ਹੈ ਜੀ। ਜੇ ਅਸੀਂ ਅੱਜ ਸਿਆਸਤ ਵਿੱਚ ਹੈ, ਇਹਦੇ ਵਿੱਚ ਅਸੀਂ ਆਪਣਾ ਫਾਇਦਾ ਕਦੀ ਵੀ ਨਹੀਂ ਦੇਖਿਆ। ਹਾਂ, ਇਹ ਜ਼ਰੂਰ ਹੈ ਜੇ ਇੱਥੇ ਕੋਈ ਸੜਕ ਬਣਦੀ ਉਹ ਸੜਕ ਦੇ ਉੱਤੇ ਮੈਂ ਵੀ ਜਾਣਾ ਹੈ, ਮਗਰ ਮੇਰਾ ਟੱਬਰ ਹੋਰ ਕਿਸਮ ਦਾ ਟੱਬਰ ਹੈ। ਜੇ ਅਸੀਂ ਕਦੇ ਵੀ ਪੋਲਿਟਿਕਸ ਦੇ ਵਿੱਚ ਹੈ, ਅਸੀਂ ਲੋਕਾਂ ਦੇ ਲਈ ਆਪਣੇ ਲਈ ਨਹੀਂ ਹੈ। ਅਸੀਂ ਆਪਣੀ ਕਮਾਈਆਂ ਆਪ ਕਰਦੇ ਹਾਂ, ਇਮਾਨਦਾਰੀ ਦੀ ਕਮਾਈ ਦੇ ਨਾਲ ਅਸੀਂ ਵਸਦੇ ਹਾਂ। ਰੱਬ ਨੇ ਸਾਨੂੰ ਦਿੱਤਾ ਹੋਇਆ, ਅਸੀਂ ਉਹਦੇ ਨਾਲ ਹੀ ਸੰਤੁਸ਼ਟ ਹੈ। ਅਸੀਂ ਕਦੀ ਇੱਕ ਪੈਸਾ ਵੀ ਨਹੀਂ ਬਣਾਇਆ ਪੋਲਿਟਿਕਸ ਵਿੱਚ, ਸਾਡੀ ਜੇਬਾਂ ਹੀ ਖਾਲੀ ਕੀਤੀਆਂ ਲੋਕਾਂ ਦੇ ਲਈ। ਹਾਂਜੀ, ਇਸ ਦੇ ਨਾਲ ਹੀ ਮੈਡਮ ਜੇਕਰ ਗੱਲ ਕੀਤੀ ਜਾਵੇ, ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਬਣਾ ਲਈ, ਕੀ ਲੱਗਦਾ ਤੁਹਾਨੂੰ ਪਾਰਟੀ ਬਣਾਉਣੀ ਚਾਹੀਦੀ ਸੀ ਕਿ ਵਿੱਚ ਹੀ ਰਹਿਣਾ ਚਾਹੀਦਾ ਸੀ ਕਾਂਗਰਸ ਦੇ? ਕਿ ਗਲਤ ਸਟੈਪ ਆ ਕਿ ਸਹੀ ਮੰਨਦੇ ਉਹਨੂੰ ਪਾਰਟੀ ਬਣਾਉਣ ਨੂੰ ਲੈ ਕੇ? ਦੇਖੋ ਜੀ, ਇਹਦੇ ਬਾਰੇ ਮੈਨੂੰ ਪਹਿਲੇ ਵੀ ਜਦ ਕੈਪਟਨ ਸਾਹਿਬ ਨੂੰ ਲਾਇਆ ਸੀ ਗੱਲ ਕੀਤੀ ਸੀਗੀ। ਦੇਖੋ, ਬਰਾੜ ਸਾਹਿਬ ਨੂੰ ਵੀ ਲਾਇਆ ਸੀਗਾ ਜਦ ਪੱਠਲ ਆਪਣੀ ਬਣੀ ਸੀਗੀ ਮੁੱਖ ਮੰਤਰੀ, ਮਗਰ ਉਹ ਇੱਜ਼ਤ ਦੇ ਨਾਲ ਲਾਇਆ ਸੀ। ਇੱਥੇ ਪਿੱਠ ਪਿੱਛੇ ਜਿਹੜੀ ਗੱਲ ਹੋਈ ਨਹੀਂ, ਉਹਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਹਾਂ। ਜਿਹੜਾ ਤੁਹਾਡਾ ਮੁੱਖ ਮੰਤਰੀ ਹੈ ਉਹਦੀ ਇੱਜ਼ਤ ਹੋਣੀ ਚਾਹੀਦੀ ਹੈ। ਬਰਾੜ ਸਾਹਿਬ ਜਦ ਲਏ ਸੀਗੇ ਤੇ ਰਜਿੰਦਰ ਕੌਰ ਪੱਠਲ ਜੀ ਬਣੇ ਸੀਗੇ ਮੁੱਖ ਮੰਤਰੀ, ਉਹਨਾਂ ਨੇ ਆਪਣੇ ਅਸਤੀਫਾ ਦੇ ਕੇ ਘਰ ਬੈਠੇ ਸੀ, ਕਿਉਂਕਿ ਉਹਨਾਂ ਦੇ ਪਿੱਠ ਪਿੱਛੇ ਕੋਈ ਸਾਜ਼ਿਸ਼ ਨਹੀਂ ਹੋਈ ਸੀ। ਇੱਥੇ ਸੀਐਲਪੀ ਦੇ ਲੀਡਰ ਕੈਪਟਨ ਸਾਹਿਬ ਤੇ ਉਹਨਾਂ ਦੇ ਪਿੱਠ ਪਿੱਛੇ ਤੁਸੀਂ ਮੀਟਿੰਗ ਬੁਲਾ ਰਹੇ ਹੋ ਉਹਨਾਂ ਨੂੰ ਲਾਉਣ ਦੇ ਲਈ, ਉਹ ਗੱਲ ਬਣਦੀ ਨਹੀਂ। ਤੁਸੀਂ ਆਮਨੇ ਸਾਹਮਣੇ ਗੱਲ ਕਰੋ। ਉਹਨਾਂ ਨੇ ਪਹਿਲੇ ਵੀ ਕਿਹਾ ਸੀਗਾ ਕਿ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ, ਉਦੋਂ ਉਹਨਾਂ ਨੇ ਨਾ ਕਰਤੀ, ਨਹੀਂ ਲਿਆ ਅਸਤੀਫਾ, ਤੇ ਬਾਅਦ ਦੇ ਵਿੱਚ ਇਹ ਫਿਰ ਉਲਟ ਪੁਲਟ ਕੀਤਾ। ਇਹ ਸਹੀ ਤਰੀਕਾ ਨਹੀਂ ਸੀ ਮੇਰੇ ਹਿਸਾਬ ਦੇ ਵਿੱਚ। ਜੋ ਵੀ ਕਰਨਾ ਹੈ, ਅਸੀਂ ਸਾਰੇ ਪਬਲਿਕ ਫਿਗਰ ਹੈ, ਸਾਡੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ। ਉਹਦੇ ਵਿੱਚ ਮੈਂ ਬਿਲਕੁਲ ਉਹਨਾਂ ਨਾਲ ਕਾਇਮ ਹੈ ਇਸ ਗੱਲ ਦੇ ਉੱਤੇ। ਮਗਰ ਜੋ ਕੰਮ ਹੋਏ ਨੇ ਉਹਨਾਂ ਦੇ ਬਾਰੇ ਵੀ ਜੇ ਆਪਾਂ ਗੱਲ ਕਰੀਏ, ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹਿੱਤ ਬਾਰੇ ਸੋਚਿਆ, ਉਹਨਾਂ ਦੇ ਕਦੀ ਨੁਕਸਾਨ ਬਾਰੇ ਨਹੀਂ ਸੋਚਿਆ ਸੀਗਾ। ਕਈ ਲੋਕ ਨੇ ਜਿਹੜੇ ਆਂਦੇ ਨੇ ਆਪਣੀ ਜੇਬਾਂ ਭਰਦੇ ਨੇ, ਉਹ ਪੋਲਿਟਿਕਸ ਦੇ ਵਿੱਚ ਪੈਂਦੇ ਨੇ, ਮੁੱਖ ਮੰਤਰੀ ਤੱਕ ਲੋਕ ਹੈਗੇ ਨੇ, ਉਹ ਕਰਦੇ ਨੇ ਕਿ ਸਾਨੂੰ ਇਹਦੇ ਵਿੱਚ ਕੀ ਫਾਇਦਾ ਹੋਵੇ। ਉਹਦੇ ਵਿੱਚ ਕੈਪਟਨ ਸਾਹਿਬ ਦੀ ਨੀਅਤ ਨਹੀਂ ਸੀਗੀ। ਹੁਣ ਚੰਨੀ ਸਾਹਿਬ ਲੱਗੇ ਨੇ, ਚੰਨੀ ਸਾਹਿਬ ਬਹੁਤ ਸੋਹਣੀ ਤਰ੍ਹਾਂ ਕੰਮ ਕਰ ਰਹੇ ਨੇ, ਉਹ ਵੀ ਆਪਣੇ ਲੋਕਾਂ ਦੇ ਵਿੱਚ ਵਿਚਰਦੇ ਨੇ। ਇਹਦੇ ਵਿੱਚ ਬਹੁਤ ਵੱਡੀ ਸਿਫਤ ਦੀ ਗੱਲ ਹੈ। ਇਹ ਗੱਲ ਬਰਾੜ ਸਾਹਿਬ ਦੇ ਵਿੱਚ ਵੀ ਸੀਗੀ, ਉਹਨਾਂ ਦੇ ਪੈਰ ਜ਼ਮੀਨ ਦੇ ਉੱਤੇ ਸੀਗੇ। ਉਹ ਜ਼ਰੂਰੀ ਰਹਿੰਦਾ ਹੈ, ਹੋਣਾ ਚਾਹੀਦਾ ਹੈ। ਹਾਂਜੀ, ਕਿਤੇ ਨਾ ਕਿਤੇ ਜਿਹੜਾ ਤਰੀਕਾ ਜੇ ਸਹੀ ਹੁੰਦਾ, ਕੈਪਟਨ ਅਮਰਿੰਦਰ ਸਿੰਘ ਜਿਹੜਾ ਲਾਉਣ ਦਾ ਤਰੀਕਾ ਵਰਤਿਆ ਗਿਆ ਹੈ ਨਾ ਹਾਈ ਕਮਾਂਡ ਵੱਲੋਂ ਵੀ, ਜੇਕਰ ਉਹ ਤਰੀਕਾ ਸਹੀ ਹੁੰਦਾ, ਕੈਪਟਨ ਅਮਰਿੰਦਰ ਸਿੰਘ ਪਾਰਟੀ ਤੁਹਾਡੇ ਮੁਤਾਬਕ ਨਹੀਂ ਛੱਡਦੇ ਸੀਗੇ? ਨਹੀਂ ਛੱਡਦੇ ਸੀ। ਉਹਨਾਂ ਨੇ ਪਹਿਲੇ ਹੀ ਕਿਹਾ ਸੀਗਾ ਮੈਂ ਰਿਜ਼ਾਈਨ ਕਰ ਜਾਂਦਾ ਹੈ।
ਉਦੋਂ ਰੈਜ਼ਿਗਨੇਸ਼ਨ ਲੈ ਲੈਂਦੇ ਚੰਗਾ ਸੀਗਾ। ਉਹ ਕਹਿੰਦੇ ਸੀਗੇ, ਉਹਨਾਂ ਨੂੰ ਮੇਰਾ ਖਿਆਲ ਇਸ ਗੱਲ ਦਾ ਦੁੱਖ ਬੜਾ ਲੱਗਿਆ, ਬੇਇੱਜ਼ਤੀ ਦਾ ਗੱਲ ਉਹਦੇ ਕਰਕੇ, ਨਹੀਂ ਤਾਂ ਉਹ ਮੇਰਾ ਖਿਆਲ ਕਦੇ ਨਾ ਛੱਡਦੇ। ਪਰਿਵਾਰਕ ਰਿਸ਼ਤਾ ਹੈ, ਫੋਨ ਵੀ ਆਉਂਦੇ ਆ ਜੀ ਵੀ ਤੁਸੀਂ ਵੀ ਸਾਡੇ ਨਾਲ ਆਓ ਕਿ ਨਹੀਂ ਆਉਂਦੇ? ਇਸ ਤਰੀਕੇ ਨਾਲ ਵੀ ਪਰਿਵਾਰਕ ਨੇੜਤਾ ਵੀ ਜ਼ਿਆਦਾ ਹੁੰਦੀਆਂ, ਪਾਰਟੀਆਂ ਚਲੋ ਆਪਣੀਆਂ ਵੱਖੋ ਵੱਖਰੀਆਂ, ਇਸ ਤਰੀਕੇ ਨਾਲ ਕੋਈ? ਦੇਖੋ ਜੀ, ਪਾਰਟੀਆਂ ਜਿਵੇਂ ਤੁਸੀਂ ਕਹਿੰਦੇ ਆ ਵੱਖਰੀਆਂ ਵੱਖਰੀਆਂ ਹੁੰਦੀਆਂ। ਮੇਰਾ ਵਿਆਹ 1973 'ਚ ਹੋਇਆ। ਮੈਂ ਕਾਂਗਰਸੀ ਪਰਿਵਾਰ ਦੇ ਵਿੱਚ ਸੀ। ਤੁਸੀਂ ਇਹ ਵੀ ਭੁੱਲ ਗਏ ਹੋ ਕਿ ਉਦੋਂ ਕੈਪਟਨ ਸਾਹਿਬ ਪਹਿਲੇ ਆਪਣੇ ਖੇਤੀਬਾੜੀ ਮੰਤਰੀ ਸੀਗੇ ਸੁਰਜੀਤ ਸਿੰਘ ਬਰਨਾਲਾ ਦੇ ਨਾਲ। ਉਹ ਤੋਂ ਪਹਿਲੇ ਇਹ ਜਦ MP ਬਣੇ ਸੀਗੇ ਉਦੋਂ ਕਾਂਗਰਸ ਦੇ ਵਿੱਚ ਸੀਗੇ, ਉਦੋਂ ਬਲੂ ਸਟਾਰ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ। ਪਾਰਟੀਆਂ ਤਾਂ ਹੁੰਦੀਆਂ ਇੱਦਾਂ। ਤਾਂ ਸਿਮਰਨਜੀਤ ਸਿੰਘ ਮਾਨ ਵੀ ਮੇਰਾ ਰਿਸ਼ਤੇਦਾਰ ਹੈ ਜੀ, ਮੇਰਾ ਭਰਾ ਲੱਗਦਾ। ਮੈਂ ਮਾਨਾ ਦੀ ਧੀ ਆਪ ਹੈ, ਉਹਨਾਂ ਦੇ ਟੱਬਰ ਦੀਆਂ। ਤਾਂ ਇਹ ਤਾਂ ਨਹੀਂ ਕਿ ਲਿਹਾਜ਼ ਰੱਖੋ ਤੁਸੀਂ, ਆਪਣੀ ਪੋਲੀਟਿਕਸ ਆਪਣੀ ਹੁੰਦੀ ਹੈ। ਹਾਂਜੀ, ਪੋਲੀਟਿਕਸ ਤੇ ਪਰਿਵਾਰਕ ਵੱਖੋ ਵੱਖਰੇ ਹੈ। ਹਾਂਜੀ, ਬਿਲਕੁਲ ਵੱਖੋ ਵੱਖਰੀ ਜੀ। ਮੈਂ ਬਰਾੜ ਸਰਦਾਰ ਹਰਚਰਨ ਸਿੰਘ ਬਰਾੜ ਦੀ ਡਾਟਰ ਇਨ ਲੋ ਹੈ, ਉਹਨਾਂ ਦੇ ਘਰ ਦੇ ਵਿੱਚ ਰਹਿੰਦੀ ਹਾਂ, ਉਹਨਾਂ ਦੇ ਟੱਬਰ ਦੀ ਇੱਕ ਸ਼ਖਸ ਹੈ, ਔਰ ਅਸੀਂ ਜੋ ਉਹਨਾਂ ਦੀ ਪਾਲਿਸੀ ਹੈ ਉਹਦੇ ਉੱਤੇ ਹੀ ਚੱਲਦੇ ਹਾਂ। ਇਹ ਮੈਂ ਜ਼ਰੂਰ ਕਹੂੰਗੀ ਜੀ ਕਿ ਅਸੀਂ ਇਮਾਨਦਾਰੀ ਦੇ ਨਾਲ ਚੱਲਦੇ ਹਾਂ। ਸਾਨੂੰ ਇਹ ਪੁੱਠੀ ਸਿੱਧੀਆਂ ਗੱਲਾਂ ਕਰਨ ਦਾ ਨਹੀਂ, ਆਦਤ ਹੀ ਹੈ ਨਹੀਂ ਜੀ। ਸਾਫ਼ ਹੀ ਸਿੱਧੀ ਗੱਲ ਕਰਦੇ ਹਾਂ। ਇੱਕ ਹਲਕੇ ਦੀ ਦਖਲਅੰਦਾਜ਼ੀ ਦੇ ਅਕਸਰ ਹੀ ਹੈ ਨਾ ਇਲਜ਼ਾਮ ਤੁਹਾਡੇ ਵੱਲੋਂ ਲੱਗਦੇ ਰਹਿੰਦੇ ਹੈ ਕਿ ਹੁਣ ਚੰਨੀ ਸਾਹਿਬ ਆ ਗਏ ਆ, CM ਬਣ ਗਏ, ਉਹ ਦਖਲਅੰਦਾਜ਼ੀ ਘਟੀ ਹੈ ਜਾਂ ਉਸੇ ਤਰ੍ਹਾਂ ਕਾਇਮ ਹੈ ਜੀ? ਦੇਖੋ ਜੀ, ਮੈਂ ਤੁਹਾਨੂੰ ਪਹਿਲੇ ਵੀ ਗੱਲ ਕੀਤੀ ਹੈ ਕਿ ਅਸੀਂ ਲੋਕਤੰਤਰ ਦੇ ਵਿੱਚ ਬਿਲੀਵ ਕਰਦੇ ਹਾਂ। ਦਖਲਅੰਦਾਜ਼ੀ ਜੇ ਕੋਈ ਕਰਦਾ ਹੈਗਾ, ਉੱਤੋਂ ਹੁਕਮ ਜੇ ਆਏਗਾ ਤੇ ਮੈਂ ਜਾ ਕੇ ਚੰਨੀ ਸਾਹਿਬ ਨਾਲ ਕਲੀਅਰ ਕਰੂੰਗੀ। ਹੁਣ ਇੱਕ ਇੱਥੇ ਦਖਲਅੰਦਾਜ਼ੀ ਸ਼ੁਰੂ ਹੋਈ ਸੀਗੀ ਤੇ ਉਹਦੇ ਕਰਕੇ ਮੈਂ ਚੰਨੀ ਜੀ ਕੋਲ ਗਈ ਸੀਗੀ ਕਿ ਇਹਦੇ ਵਿੱਚ ਕੋਈ ਸੱਚਾਈ ਹੈ ਜੋ ਗੱਲਾਂ ਹੋ ਰਹੀਆਂ ਹੈ ਕਿ ਅਸੀਂ ਪੈਸੇ ਵੰਡਣ ਨੂੰ ਸਾਨੂੰ ਹੁਕੂਮਤ ਦਿੱਤੀ ਗਈ ਹੈ। ਤੇ ਉਹਨਾਂ ਨੇ SSP ਤੇ DC ਦੋਹਾਂ ਨੂੰ ਫੋਨ ਕਰਕੇ ਰੋਕਿਆ ਸੀਗਾ ਔਰ ਕਿਹਾ ਸੀ ਬਿਲਕੁਲ ਜਿਵੇਂ ਰੂਲ ਮੁਤਾਬਕ ਕੰਮ ਚੱਲਦਾ ਹੈ ਉੱਦਾਂ ਹੀ ਹੋਊਗਾ। ਤੇ ਨਾਲ ਆ ਜਿਹੜਾ ਪੈਸਾ ਜਿਹੜਾ ਆਇਆ ਡਿਵੈਲਪਮੈਂਟ ਦੇ ਲਈ, ਉਹਨਾਂ ਨੇ ਪਹਿਲੇ ਤਾਂ ਇਹ ਚੰਨੀ ਜੀ ਦੇ ਹੱਥ ਸੀ ਕਿਉਂਕਿ ਇਹ ਹਲਕਾ ਉਹਨਾਂ ਦੇ ਹਿਫਾਜ਼ਤ ਦੇ ਵਿੱਚ ਸੀਗਾ, ਉਹਨਾਂ ਦਾ ਜੁਮਾ ਲੱਗਿਆ ਸੀ। ਹੁਣ ਇਹ ਹੈਗਾ ਸਾਡੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ। ਤੇ ਜਦ ਮੈਂ ਪੁੱਛਿਆ ਸੀ ਕਿ ਜਿਹੜੇ ਇਹ ਫੰਡ ਵਗੈਰਾ ਹੈਗਾ ਇਹਨਾਂ ਨੂੰ ਹੁਣ ਕਿਵੇਂ ਕਰਨਾ ਹੈ, ਉਹਨਾਂ ਨੇ ਕਿਹਾ ਸੀਗਾ ਜਿਵੇਂ ਤੁਸੀਂ ਸੁਖਜਿੰਦਰ ਰੰਧਾਵਾ ਦੇ ਨਾਲ ਗੱਲਬਾਤ ਕਰਕੇ ਕਰੋਗੇ ਉਹ ਸਹੀ ਹੋਊਗਾ। ਮੈਂ ਕੱਲ ਨਛੱਤਰਪਾਲ ਜੀ ਨੂੰ ਵੀ ਮਿਲ ਕੇ ਆਈ ਹਾਂ ਤੇ ਹੁਣ ਮੈਂ ਚੰਡੀਗੜ੍ਹ, ਇਸੇ ਲਈ ਮੈਂ ਅੱਜ ਇਹ ਮੀਟਿੰਗ ਬੁਲਾਈ ਹੈ ਨੇ ਕਿ ਤੁਸੀਂ ਮੈਨੂੰ ਲਿਸਟਾਂ ਦਿਓ ਕਿ ਅਸੀਂ ਕੀ ਕੰਮ ਕਰਵਾ ਚੁੱਕੇ ਹਾਂ ਔਰ ਕੀ ਰਹਿੰਦੇ ਨੇ ਬੈਲੈਂਸ ਦੇ ਵਿੱਚ, ਤੇ ਉਹਨਾਂ ਦੇ ਹਿਸਾਬ ਦੇ ਨਾਲ ਫਿਰ ਪੈਸੇ ਦੀ ਵੰਡ ਹੋਵੇ। ਅਸੀਂ ਵੀ ਛੇਤੀ ਦੇ ਵਿੱਚ ਹਾਂ ਕਿਉਂਕਿ ਸਰਕਾਰ ਆਪਣੀ 2 ਮਹੀਨੇ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਜਾਣਾ ਤੇ ਫਿਰ ਉੱਥੇ ਗੱਲ ਰਹਿ ਜਾਣੀ ਹੈ। ਤੇ ਅਸੀਂ ਜੋ ਵੀ ਲੈ ਸਕਦੇ ਹਾਂ ਨਾ ਆਪਣੀ ਸਰਕਾਰ ਤੋਂ, ਅਸੀਂ ਲੈਣ ਨੂੰ ਤਿਆਰ ਹਾਂ। ਮੈਮ ਇੱਕ ਗੱਲ ਹੋਰ ਵੀ ਹੈ, ਕਿਉਂ ਕੋਡ ਆਫ ਕੰਡਕਟ ਦਾ ਇੰਤਜ਼ਾਰ ਕੀਤਾ ਜਾਂਦਾ ਹੈ? ਪਹਿਲਾਂ ਕਿਉਂ ਨਹੀਂ 86 ਜਿਹੜੇ ਲੀਡਰ ਹੈ ਉਹ ਘਰਾਂ ਚੋਂ ਨਹੀਂ ਨਿਕਲਦੇ? ਜਦੋਂ ਐਂਡ ਤੇ 4.5 ਸਾਲ ਪੌਣੇ 5 ਸਾਲ ਹੋ ਜਾਂਦੇ ਆ, ਉਹਦੇ ਕਿਉਂ ਬਾਹਰ ਆਉਂਦੇ ਹੈ? ਉਹਦੇ ਕਿਉਂ ਲੋਕਾਂ ਦੀ ਫਿਕਰ ਹੋ ਜਾਂਦੀ ਹੈ? ਇਹ ਤਾਂ ਉਹਨਾਂ ਨੂੰ ਪੁੱਛੋ ਜੀ ਜਿਹੜੇ ਘਰੇ ਬੈਠਦੇ ਆ ਜੀ। ਆਪਾਂ ਵਰਗੇ ਤਾਂ ਬਾਹਰ ਹੀ ਰਹਿੰਦੇ ਆ। ਤੁਸੀਂ ਪੁੱਛ ਲਓ ਜੀ ਸਾਰੇ ਜਿੰਨੇ ਇਲੈਕਸ਼ਨ ਹੋਏ ਨੇ, ਔਰ ਰੋਜ਼ ਇੱਥੇ ਮੇਰਾ ਦਫ਼ਤਰ ਬਾਹਰ ਇੱਥੇ ਹੈਗਾ ਜੀ ਗੇਟ ਦੇ ਦੂਜੇ ਪਾਸੇ, ਸਵੇਰ ਤੋਂ ਲੈ ਕੇ ਜਦ ਵੀ ਕੋਈ ਸਰਕਾਰੀ ਛੁੱਟੀ ਨਾ ਹੋਵੇ ਮੈਂ ਲੋਕਾਂ ਦੇ ਕੰਮ ਦੇ ਲਈ ਬੈਠੀ ਹੁੰਦੀ ਸੀਗੀ। ਔਰ ਮੈਨੂੰ ਕਦੀ ਕਦਾਈ ਤੁਸੀਂ ਯਕੀਨ ਨਹੀਂ ਕਰੋਗੇ ਜੀ 5 ਜਾਂ 6 ਵੱਜ ਜਾਂਦੇ ਸੀ, ਮੈਂ ਰੋਟੀ ਵੀ ਨਹੀਂ ਖਾਧੀ ਹੁੰਦੀ ਸੀਗੀ, ਮਗਰ ਮੈਂ ਲੋਕਾਂ ਦੇ ਕੰਮ ਕਰਦੀ ਰਹੀ ਹਾਂ। ਇਸ ਲਈ ਨਹੀਂ ਕਿ ਮੈਂ ਲੀਡਰ ਹਾਂ, ਕਿਉਂਕਿ ਮੈਂ ਇਸ ਟੱਬਰ ਦੀ ਇੱਕ ਸ਼ਖਸ ਹੈ ਤੇ ਸਾਨੂੰ ਸਿਖਾਇਆ ਗਿਆ। ਜਦ ਮੇਰਾ ਵਿਆਹ ਹੋਇਆ ਸੀ ਉਦੋਂ ਮੈਨੂੰ ਬਰਾੜ ਸਾਹਿਬ ਨੇ ਕਿਹਾ ਸੀ, ਬੇਟਾ ਇੱਕ ਗੱਲ ਦਾ ਤੁਸੀਂ ਧਿਆਨ ਰੱਖਿਓ, ਆਹ ਜਿਹੜੀ ਜ਼ਮੀਨ ਹੈ ਜਿੱਥੇ ਅਸੀਂ ਰਹਿੰਦੇ ਹਾਂ, ਅਸੀਂ ਬੜੀ ਖੁਸ਼ਕਿਸਮਤ ਹੈ, ਇਹ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਹੈ, ਅਸੀਂ ਇਸ ਧਰਤੀ ਦੀ ਕਦੀ ਉਲੰਘਣਾ ਕਰ ਨਹੀਂ ਸਕਦੇ। ਤੇ ਮੈਨੂੰ ਬੜਾ ਮਾਣ ਹੈ ਕਿ ਮੈਂ ਇਸ ਪਰਿਵਾਰ ਦੀ ਇੱਕ ਸ਼ਖਸ ਹੈ, ਕਿਉਂਕਿ ਸਾਨੂੰ ਬਰਾੜ ਸਾਹਿਬ ਨੂੰ ਕਹਿੰਦੇ ਨੇ ਪੰਜਾਬ ਦੀ ਚਿੱਟੀ ਚਾਦਰ ਜਿਹਦੇ ਉੱਤੇ ਇੱਕ ਵੀ ਛਿੱਟਾ ਨਹੀਂ ਹੈ। ਤੇ ਉਹਦੇ ਕਰਕੇ ਮੇਰਾ ਇੱਕੋ ਹੀ ਹੋਪ ਹੈ ਜ਼ਿੰਦਗੀ ਦੇ ਵਿੱਚ ਕਿ ਇਹ ਜਿਹੜੀ ਇਮਾਨਦਾਰੀ ਦਾ ਉੱਤੇ ਸਾਡੇ ਉੱਤੇ ਹੈਗੀ ਸਾਡੀ ਥਾਪੀ, ਇਹ ਕਦੀ ਹਿੱਲੇ ਨਾ, ਐਂ ਹੀ ਰਹੇ। ਜਿਹੜੇ ਚੰਨੀ ਵਜ਼ਾਰਤ 'ਚ ਆਉਂਦੇ ਨੇ, ਮੁੱਖ ਮੰਤਰੀ ਬਣਦੇ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਜਾਂਦਾ ਹੈ। ਜਿਹੜੀ ਉਹਨਾਂ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ, ਬੱਸਾਂ ਫੜ ਕੇ ਬੰਦ ਕੀਤੀਆਂ ਜਾ ਰਹੀਆਂ, ਕਿ ਤੁਹਾਨੂੰ ਲੱਗਦਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਵਧੀਆ ਕੰਮ ਕਰੇ? ਦੇਖੋ ਜੀ, ਜਿੱਥੇ ਤਾਂ ਕਿਸੇ ਨੇ ਟੈਕਸ ਨਹੀਂ ਦਿੱਤੀ ਜਾਂ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ, ਉੱਥੇ ਜੇ ਉਹ ਕਰ ਰਹੇ ਤਾਂ ਮੈਂ ਕਹਿੰਦੀ ਸਹੀ ਕਰ ਰਹੇ ਹੈ, ਕਿਉਂਕਿ ਸਰਕਾਰ ਦੀ ਆਮਦਨ ਦੇ ਉੱਤੇ ਖਾਲੀ ਸਰਕਾਰ ਦਾ ਹੱਕ ਹੈ, ਕਿਸੇ ਹੋਰ ਦੇ ਜੇਬ 'ਚ ਨਹੀਂ ਜਾਣੀ ਚਾਹੀਦੀ। ਉਹਦੇ ਵਿੱਚ ਮੈਂ ਕਹੂੰਗੀ ਕਿ ਸਹੀ ਕਰ ਰਹੇ ਨੇ।
ਬਾਕੀ ਉਹ ਜਾਣਨ ਉਹਨਾਂ ਦੇ ਕੰਮ ਜੀ। ਮੈਂ ਉਹਨਾਂ ਦੇ ਬਾਰੇ ਬਹੁਤ ਘੱਟ ਕਰਦੀ ਹਾਂ ਗੱਲ, ਕਿਉਂਕਿ ਉਹਨਾਂ ਦੇ ਕੰਮਾਂ ਦੇ ਬਾਰੇ ਮੈਨੂੰ ਪਤਾ ਹੀ ਨਹੀਂ, ਮੈਂ ਐਵੇਂ ਕਵਾਂ। ਜੇ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਚਰਚਾ ਹੋ ਰਹੀ ਹੈ, ਤੁਹਾਨੂੰ ਫਿਰ ਕਿਉਂ ਚਰਚਾ ਕਰਨ ਤੋਂ ਗਰੇਜ ਲੱਗਦਾ ਵੀ ਨਹੀਂ ਇਹਨਾਂ ਦੇ ਕੰਮ? ਮੈਂ ਕਹਿ ਰਹੀ ਹਾਂ ਜੀ, ਜੋ ਉਹ ਕਰ ਰਹੇ ਨੇ ਉਹ ਟੈਕਸਾਂ ਬਾਰੇ ਉਹ ਸਹੀ ਕਰ ਰਹੇ ਨੇ, ਉਹ ਤਾਂ ਮੈਂ ਕਿਹਾ, ਮਗਰ ਬਾਕੀ ਉਹਨਾਂ ਦੇ ਕੰਮਾਂ ਦਾ ਮੈਨੂੰ ਨਹੀਂ ਪਤਾ ਜੀ, ਮੈਂ ਐਵੇਂ ਤੁਹਾਨੂੰ ਕਵਾਂ। ਹਾਂਜੀ। ਇੱਕ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਸਰਕਾਰ ਤੇ ਸਵਾਲ ਚੁੱਕੇ ਜਾਂਦੇ ਆ 4.5 ਦੇ ਕੰਮਕਾਰ ਨੂੰ ਲੈ ਕੇ, ਹਾਲੇ ਤੱਕ ਵੀ ਬੋਲਦੇ ਰਹਿੰਦੇ ਆ, ਹਨਾ? ਕਿਵੇਂ ਦੇਖਦੇ ਹੋ ਵੀ ਕਿ ਉਹ ਕੰਮਕਾਰ ਰਹਿ ਗਏ, ਨਹੀਂ ਹੋਏ ਜਿਹੜੇ ਕੈਪਟਨ ਸਾਹਿਬ ਵੱਲੋਂ ਵਾਅਦੇ ਕੀਤੇ ਗਏ ਸੀ ਲੋਕਾਂ ਨਾਲ, ਉਹ ਹਜੇ ਪੂਰੇ ਨਹੀਂ ਹੋਏਗੇ? ਕੋਈ ਵੀ ਕੰਮ ਬਿਨਾਂ ਸਬੂਤ ਤੋਂ ਨਹੀਂ ਹੋ ਸਕਦਾ। ਤੁਹਾਨੂੰ ਯਾਦ ਹੋਊਗਾ ਕਿ ਜਦ ਕੈਪਟਨ ਸਾਹਿਬ ਪਿਛਲੀ ਵਾਰੀ ਮੁੱਖ ਮੰਤਰੀ ਬਣੇ ਸੀ, ਉਹਨਾਂ ਨੇ ਸੁਖਬੀਰ ਬਾਦਲ ਨੂੰ ਤੇ ਵੱਡੇ ਬੀਬੀ ਬਾਦਲ ਨੂੰ ਵੀ ਜੇਲ੍ਹ ਕੀਤਾ ਸੀ। ਉਹਨਾਂ ਨੂੰ ਬੇਲ ਮਿਲੀ, ਉਹ ਬਾਹਰ ਨਿਕਲੇ, ਕਿਉਂਕਿ ਉਹ ਮਜ਼ਬੂਤ ਕੇਸ ਨਹੀਂ ਸੀ। ਜੇ ਮਜ਼ਬੂਤੀ ਨਾ ਹੋਵੇ ਤਾਂ ਫਿਰ ਨਹੀਂ ਕਰਨਾ ਚਾਹੀਦਾ। ਹੁਣ ਤੁਸੀਂ ਦੇਖੋ ਹੁੱਡਾ ਸਾਹਿਬ ਨੇ ਕੀ ਕੀਤਾ ਸੀਗਾ, ਇੱਕ ਨਿੱਕੀ ਜਿਹੀ ਗੱਲ ਦੇ ਉੱਤੇ ਚੌਟਾਲੀਆਂ ਨੂੰ ਅੰਦਰ ਕਰਤਾ ਸੀ, ਕਿੰਨੀ ਦੇਰ ਲਈ? ਕਿਉਂਕਿ ਉਹ ਸਬੂਤ ਠੋਸ ਸੀਗਾ। ਫੋਕੀ ਗੱਲਾਂ ਦੇ ਨਾਲ ਨਹੀਂ ਹੁੰਦਾ, ਕਿਉਂਕਿ ਉਹਦੇ ਨਾਲ ਤਾਂ ਬੰਦਾ ਨਿਕਲ ਜਾਂਦਾ। ਮੈਨੂੰ ਯਾਦ ਹੈ ਉਹ ਜਦ ਨਿਕਲੇ ਸੀਗੇ ਉਦੋਂ ਪੂਰਾ ਉਹਨਾਂ ਨੇ ਜਲੂਸ ਲੈ ਕੇ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਾ ਸੀ ਤੇ ਹੀਰੋ ਬਣ ਗਏ ਸੀ। ਕਸੂਰਵਾਰ ਜਾਂ ਨਾ ਕਸੂਰਵਾਰ ਦੀ ਅਲੱਗ ਗੱਲ, ਮਗਰ ਜਿੰਨੀ ਦੇਰ ਕਸੂਰਵਾਰ ਪੱਕੀ ਗੱਲ ਨਾ ਹੋਵੇ, ਆਪਾਂ ਨੂੰ ਕਿਸੇ ਤੇ ਉਂਗਲ ਨਹੀਂ ਚੁੱਕਣੀ ਚਾਹੀਦੀ। ਆਪਣਾ ਤੁਸੀਂ ਇਨਕੁਆਇਰੀ ਕਰੋ, ਜੇ ਹੈ ਸੋ ਹੈ, ਜੇ ਤੁਹਾਡੇ ਕੋਲ ਸਬੂਤ ਨਹੀਂ ਹੈ ਫਿਰ ਇਹੋ ਜਿਹੀ ਗੱਲਾਂ ਦੇ ਵਿੱਚ ਪੈਣਾ ਹੀ ਨਹੀਂ ਚਾਹੀਦਾ, ਕਿਉਂਕਿ ਅਖੀਰ ਦੇ ਵਿੱਚ ਮਿੱਟੀ ਆਪਣੇ ਉੱਤੇ ਸਿੱਟੀ ਜਾਂਦੀ ਹੈ। ਇਹ ਵੀ ਇਲਜ਼ਾਮ ਲੱਗਦੇ ਨਾ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਲੱਗਦੇ ਰਹੇ ਆ ਨਾ, ਫਰੈਂਡਲੀ ਮੈਚ ਖੇਡਦੇ ਰਹੇ ਆ, ਗੇਮ ਉਹਦੇ ਬਾਦਲਾਂ ਨਾਲ ਰਲ ਕੇ ਖੇਡਦੇ ਰਹੇ ਆ, ਤਾਂ ਨਹੀਂ ਕਾਰਵਾਈ ਕਰਦੇ ਸੀਗੇ। ਤੇ ਹੁਣ ਕਿਉਂ ਨਹੀਂ ਹੋ ਰਹੀ? ਫਿਰ ਹੁਣ ਕਿਉਂ ਨਹੀਂ ਹੋ ਰਹੀ? ਸਾਰੇ ਕਹੀ ਜਾਂਦੇ ਨੇ ਕਿ ਬਸ ਹੁਣ ਹੋ ਰਹੀ ਹੈ, ਕੱਲ ਹੋ ਰਹੀ ਹੈ, ਪਰਸੋਂ ਹੋ ਰਹੀ ਹੈ। ਹੁਣ 50 ਦਿਨ ਦੇ ਉੱਤੇ ਨਿਕਲ ਗਏ, ਜੇ ਸਬੂਤ ਹੈ ਤੇ ਕਿਉਂ ਨਹੀਂ ਹੋਈ? ਸਬੂਤ ਦੀ ਗੱਲ ਹੈ ਜੀ। ਕੈਪਟਨ ਕੋਈ ਫਰੈਂਡਲੀ ਮੈਚ ਨਹੀਂ ਖੇਡ ਰਹੇ ਸੀ, ਕਿਉਂਕਿ ਮੈਨੂੰ ਯਾਦ ਹੈ ਲੁਧਿਆਣਾ ਦੇ ਵਿੱਚ ਉਹਨਾਂ ਦੇ ਉੱਤੇ ਕਿੰਨੇ ਕੇਸ ਕੀਤੇ ਗਏ ਨੇ। ਇਹ ਤਾਂ ਵਿਚਾਰੇ ਆਪ ਵੀ ਤਰੀਕਾਂ ਭੁਗਤਦੇ ਜਾਂਦੇ ਨੇ। ਉਹ ਕਹਿੰਦੇ ਨੇ ਕਿ ਬਾਦਲਾਂ ਨਾਲ ਸਾਡੀ ਹੈ ਨਹੀਂ। ਇਹ ਮੈਂ ਜ਼ਰੂਰ ਕਹੂੰਗੀ, ਮੇਰੇ ਟੱਬਰ ਬਾਰੇ ਵੀ ਤੁਸੀਂ ਗੱਲ ਕਰੋ, ਤਮੀਜ਼ ਰੱਖਣੀ ਚਾਹੀਦੀ ਹੈ। ਹੁਣ ਜਦ ਸਨੀ ਜੀ ਬਿਮਾਰ ਸੀਗੇ, ਉਦੋਂ ਉਹਨਾਂ ਦੀ ਕੈਂਸਰ ਦੀ ਟ੍ਰੀਟਮੈਂਟ ਨਿਊਯਾਰਕ 'ਚ ਹੋ ਰਹੀ ਸੀ। ਉਸੇ ਟਾਈਮ ਦੇ ਵਿੱਚ ਬੀਬੀ ਬਾਦਲ ਵੀ ਬਿਮਾਰ ਸੀ, ਉਹਨਾਂ ਦੀ ਵੀ ਟ੍ਰੀਟਮੈਂਟ ਉੱਥੇ ਹੋ ਰਹੀ ਸੀ। ਜਦ ਵੀ ਬਾਦਲ ਸਾਹਿਬ ਆਪਣੀ ਵਹੁਟੀ ਨੂੰ ਮਿਲਣ ਆਏ ਨੇ, ਦੇਖਣ ਲਈ ਕਿ ਕਿਵੇਂ ਚੱਲ ਰਿਹਾ ਕੰਮ, ਹਮੇਸ਼ਾ ਸਨੀ ਜੀ ਦਾ ਹਾਲ ਪੁੱਛਦੇ ਜਾਂਦੇ ਸੀਗੇ। ਇਹ ਤਮੀਜ਼ ਰਹਿਣੀ ਚਾਹੀਦੀ ਹੈ। ਅਸੀਂ ਇੱਕ ਦੂਜੇ ਨਾਲ ਥੱਪੜ ਮਾਰ ਕੇ ਲੜਾਈਆਂ ਤਾਂ ਨਹੀਂ ਨਾ ਕਰ ਰਹੇ, ਲੋਕਤੰਤਰ ਦੇ ਵਿੱਚ ਕੰਮ ਕਰ ਰਹੇ ਹਾਂ। ਇਹ ਜ਼ਰੂਰੀ ਹੈ ਜੀ। ਹੁਣ ਤੁਸੀਂ ਦੇਖੋ ਪਿੰਡ ਦੇ ਵਿੱਚ ਅਕਾਲੀ ਹੁੰਦੇ ਨੇ, ਕਾਂਗਰਸੀ ਹੁੰਦੇ ਨੇ, ਹੋਰ ਪਾਰਟੀਆਂ ਦੇ ਵੀ ਸ਼ਖਸ ਹੁੰਦੇ ਆ। ਆਈ ਇਲੈਕਸ਼ਨ ਇੱਕ ਦੂਜੇ ਦੇ ਉਲਟ ਹੈ ਸਾਰੇ। ਇਲੈਕਸ਼ਨ ਤੋਂ ਬਾਅਦ ਸਾਰੇ ਇੱਕ ਦੂਜੇ ਦੇ ਭਰੱਪੇ 'ਚ ਹੀ ਰਹਿੰਦੇ ਆ ਨਾ। ਹੋਣਾ ਚਾਹੀਦਾ, ਹੋਣਾ ਚਾਹੀਦਾ। ਇਹ ਬਹੁਤ ਜ਼ਰੂਰੀ ਹੈ। ਇਹ ਸਾਡੇ ਹੁਣ ਪੋਲੀਟਿਕਸ ਦੇ ਵਿੱਚੋਂ ਹੌਲੀ ਹੌਲੀ ਖਤਮ ਹੋ ਰਹੀ ਹੈ, ਜਿਹੜੀ ਗਲਤ ਗੱਲ ਹੈ। ਉਂਗਲਾਂ ਚੁੱਕਣ ਨਾਲ ਕਿਸੇ ਦਾ ਕੁਝ ਨਹੀਂ ਬਣਦਾ। ਹਮੇਸ਼ਾ ਸਾਂਝਪੁਣਾ ਦੇ ਨਾਲ ਕੰਮ ਚੱਲਦੇ ਨੇ। ਹੁਣ ਕਿਸੇ ਦੀ ਗਲੀ ਹੈ, ਉਹਦੇ ਵਿੱਚ ਅਕਾਲੀ ਘਰ ਵੀ ਨੇ, ਨਾਲ ਆਪਣੇ ਕਾਂਗਰਸੀ ਘਰ ਵੀ ਨੇ। ਜੇ ਤੁਸੀਂ ਖਾਲੀ ਕਹੋ ਕਿ ਇੱਥੇ ਜ਼ਿਆਦਾ ਅਕਾਲੀ ਨੇ, ਮੈਂ ਗਲੀ ਨਹੀਂ ਬਣਾ ਲਈ, ਤੇ ਕਾਂਗਰਸੀ ਵੀ ਮਾਰੇ ਗਏ ਨਾ। ਮੈਂ ਤਾਂ ਕਹਿੰਦੀ ਹਾਂ ਤਰੱਕੀ ਦੇ ਵੱਲ ਤੁਰਨਾ ਚਾਹੀਦਾ ਪੰਜਾਬ ਨੂੰ। ਸਾਡਾ ਲਕਸ਼ਣ ਇਹ ਹੋਣਾ ਚਾਹੀਦਾ ਕਿ ਅਸੀਂ ਪੰਜਾਬ ਨੂੰ ਅੱਗੇ ਤੋਰੀਏ। ਆਹ ਗੱਲ ਹੋਣੀ ਚਾਹੀਦੀ ਹੈ। ਇੱਕ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਸ ਤਰ੍ਹਾਂ ਦੀ ਹੈ ਨਾ ਹੁਣ ਵਿਚਾਰ ਚਰਚਾ ਚੱਲ ਰਹੀ ਹੈ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਦਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਸ਼੍ਰੀ ਮੁਕਤਸਰ ਸਾਹਿਬ ਦੀ ਗੱਲ ਕਰੋ ਤਾਂ ਆਪਣੇ ਹਲਕੇ ਦੇ ਕਿਸ ਤਰ੍ਹਾਂ ਦਾ ਲੱਗਦਾ, ਕੋਈ ਵੀ ਉਹਨਾਂ ਦਾ ਕੈਂਡੀਡੇਟ ਮੁਕਾਬਲਾ ਕਰ ਸਕਦਾ ਤੁਹਾਡੇ ਨਾਲ ਜੀ? ਪਿਛਲੀ ਵਾਰੀ ਉਹਨਾਂ ਦੀ ਚੜ੍ਹਤ ਬਹੁਤ ਸੀ। ਮੈਂ ਤਾਂ ਕਹਿੰਦੀ ਹਾਂ ਕਿ ਉਹਨਾਂ ਦੀ ਬਦੌਲਤ ਹੀ ਮੈਂ ਹਾਰੀ, ਕਿਉਂਕਿ ਸਾਡੀ ਵੋਟ ਹੀ ਉਹਨਾਂ ਨੇ ਖਿੱਚ ਲਈ ਸੀਗੀ। ਮਗਰ ਇਸ ਵਾਰੀ ਉਹ ਗੱਲ ਨਹੀਂ ਰਹੀ। ਇਹਨਾਂ ਦੇ ਮੇਰਾ ਖਿਆਲ ਕਿੰਨੇ ਕੁ ਤਾਂ MLA ਜਿਹੜੇ ਬਣੇ ਸੀ ਛੱਡ ਕੇ ਪਾਰਟੀ ਦੂਜੀ ਪਾਰਟੀਆਂ 'ਚ ਚਲੇ ਗਏ ਜਾਂ ਅਸਤੀਫਾ ਦੇ ਗਏ। ਫੁਲਕਾ ਸਾਹਿਬ ਹੈ ਨਹੀਂ, ਖੇੜਾ ਸਾਹਿਬ ਹੈ ਨਹੀਂ। ਹੁਣ ਮੇਰਾ ਖਿਆਲ 3-4 ਪਹਿਲੇ ਚਲੇ ਗਏ ਸੀ, ਹੁਣ 2 ਹੋਰ ਗਏ ਨੇ। ਤੇ ਇਹਨਾਂ ਦੀ ਵਿਰੋਧੀ ਧਿਰ ਦੀ ਜਿਹੜੀ ਸੀਗੀ ਕਿ ਅਸੀਂ ਆਪੋਜੀਸ਼ਨ ਦੇ ਵਿੱਚ ਅਸੀਂ ਪਾਰਟੀ ਹੈਗੀ, ਉਹ ਵੀ ਮੇਰਾ ਖਿਆਲ ਹੁਣ ਨੰਬਰ ਘਟ ਗਏ ਹੋਣੇ ਆ। ਤੇ ਉਹ ਗੱਲ ਨਹੀਂ ਰਹੀ। ਮੇਰਾ ਖਿਆਲ ਅੱਧੀ ਗੱਲ ਤਾਂ ਇਹ ਵੀ ਹੈ ਨਾ ਜੀ ਕਿ ਕੇਜਰੀਵਾਲ ਦਿੱਲੀ ਦੇ ਵਿੱਚ ਇੰਨੇ ਕਾਮਯਾਬ ਨਹੀਂ ਰਹੇ। ਜੋ ਸ਼ੀਲਾ ਦੀਕਸ਼ਿਤ ਨੇ ਕੰਮ ਕੀਤਾ ਸੀਗਾ ਦਿੱਲੀ ਦੇ ਵਿੱਚ, ਉਹ ਕੇਜਰੀਵਾਲ ਸਾਹਿਬ ਨਹੀਂ ਕਰ ਸਕੇ। ਤੇ ਇਸ ਲਈ ਉਹਨਾਂ ਦੀ ਵੀ ਮੈਂ ਕਹਿੰਦੀ ਹਾਂ ਥੋੜੀ ਜਿਹੀ ਗੁੱਡੀ ਡਾਊਨ ਹੈ। ਹੁਣ ਉਹ ਕਹਿੰਦੇ ਨੇ ਕਿ ਲੋਕੀ ਕਹਿੰਦੇ ਨੇ ਕਿ ਉਹ ਕਹਿ ਰਹੇ ਨੇ ਕਿ ਮੈਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਨਾ ਹੈ। ਜੇ ਜਾਖੜ ਸਾਹਿਬ ਨੂੰ ਬਣਾਉਣ ਨੂੰ ਨਹੀਂ ਤਿਆਰ ਸੀਗੀ ਪਾਰਟੀ, ਕਹਿੰਦੇ ਸੀ ਹਿੰਦੂ ਨਹੀਂ ਬਣ ਸਕਦੇ, ਤੇ ਕੇਜਰੀਵਾਲ
ਪੰਜਾਬੀ ਵੀ ਨਹੀਂ ਹੈ, ਉਹ ਕਿੱਥੋਂ ਬਣ ਜਾਣਗੇ? ਹਾਂ, ਤੇ ਮੇਰਾ ਨਹੀਂ ਖਿਆਲ ਕਿ ਉਹਨਾਂ ਤੋਂ ਹੁਣ ਕੋਈ ਖਤਰਾ ਹੈ। ਚੰਨੀ ਜੀ ਦੇ ਆਉਣ ਦੇ ਨਾਲ, ਉਹਨਾਂ ਦੇ ਕਹਿਣ ਦੇ ਨਾਲ ਕਿ ਆਮ ਆਦਮੀ ਤਾਂ ਮੈਂ, ਤੇ ਪਾਰਟੀ ਦਾ ਨਾਮ ਰੱਖਣ ਦੇ ਨਾਲ ਤਾਂ ਕੁਛ ਵੀ ਨਹੀਂ, ਤੇ ਉਹਦੇ ਨਾਲ ਬਹੁਤ ਫਰਕ ਪਿਆ ਜੀ। ਮੈਂ ਤਾਂ ਕਹਿੰਦੀ ਹਾਂ ਕਿ ਬੜੀ ਅੱਛੀ ਗੱਲ ਹੋਈ ਹੈ ਕਿ ਚੰਨੀ ਜੀ ਪੜ੍ਹੇ ਲਿਖੇ ਸਿਆਣੇ ਬੰਦੇ ਹੋਣ ਦੇ ਨਾਲ ਕਹਿੰਦੇ ਆ ਕਿ ਮੈਂ ਆਮ ਆਦਮੀ ਹਾਂ, ਤੇ ਉਹਨਾਂ ਦੇ ਨਾਲ ਲੋਕੀ ਬਹੁਤ ਖੁਸ਼ੀ ਨਾਲ ਜੁੜੀ ਜਾ ਰਹੇ ਨੇ। ਹਾਂਜੀ, ਇੱਕ ਲਾਸਟ ਦੇ ਵਿੱਚ ਆਪਣਾ ਇਹ ਸਵਾਲ ਹੈ, ਜਿਸ ਤਰ੍ਹਾਂ ਸਮੀਕਰਨ ਬਦਲੇ ਹੈ ਨਾ, ਮੁੱਖ ਮੰਤਰੀ ਚੇਂਜ ਹੋਏ ਹੈ, ਉਸ ਨੂੰ ਲੈ ਕੇ ਜਿਵੇਂ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਬਿਆਨ ਦਿੱਤਾ ਜਾਂਦਾ ਹੈ ਵੀ ਉਹਨਾਂ ਚਿਹਰਿਆਂ ਨੂੰ ਟਿਕਟ ਦਿੱਤੀ ਜਾਊਗੀ ਜਿਹੜੇ ਕੱਢਣ ਯੋਗ ਹੋਣ। ਕਿਤੇ ਨਾ ਕਿਤੇ ਉਹਨਾਂ ਦਾ ਇਸ਼ਾਰਾ ਜਿਹੜਾ ਵੀ ਜਿਹੜੇ ਟਿਕਟ ਨਹੀਂ ਕੱਢਦੇ ਜਾਂ ਹਾਰ ਗਏ ਹੈ, ਉਹਨਾਂ ਨੂੰ ਨਹੀਂ ਟਿਕਟ ਦਿੱਤੀ ਜਾਂਦੀ। ਕੀ ਲੱਗਦਾ ਤੁਹਾਨੂੰ ਉਮੀਦ ਹੈ ਵੀ ਟਿਕਟ ਮਿਲੂਗੀ ਸ਼੍ਰੀ ਮੁਕਤਸਰ ਸਾਹਿਬ ਤੋਂ ਜੀ? ਦੇਖੋ ਜੀ, ਮੈਂ ਤਾਂ ਇੱਕੋ ਗੱਲ ਕਹੂੰਗੀ, ਤੁਸੀਂ ਆਪ ਹੀ ਦੇਖ ਲਓ, ਮੈਂ ਕੱਲ ਸੁਨੇਹਾ ਦਿੱਤਾ ਕਿੰਨੇ ਬੰਦੇ ਆਏ ਹੋਏ ਨੇ, ਇਹ ਸਾਡੇ ਖਾਲੀ ਸਾਡੇ ਪਿੰਡਾਂ ਦੇ ਬੰਦੇ ਨੇ। ਮੇਰੇ ਪਰਿਵਾਰ ਦੇ ਨਾਲ 3 ਪੀੜ੍ਹੀਆਂ, ਹੁਣ ਚੌਥੀ ਪੀੜ੍ਹੀ ਤੇ ਆ ਗਏ ਨੇ। ਲੋਕੀ ਸਾਨੂੰ ਪਸੰਦ ਕਰਦੇ ਨੇ। ਹਾਂ, ਸਾਨੂੰ ਝਟਕਾ ਬਹੁਤ ਵੱਡਾ ਲੱਗਿਆ ਸੀਗਾ ਜਦ ਸਾਨੀ ਜੀ ਪੂਰੇ ਹੋ ਗਏ, ਕਿਉਂਕਿ ਸਾਨੂੰ ਉਮੀਦ ਸੀ ਕਿ ਇਹ ਅਗਲੇ ਲੀਡਰ ਸਾਡੇ ਉਹ ਬਣਨਗੇ। ਮੈਂ ਹਮੇਸ਼ਾ ਆਪਣੇ ਆਪ ਨੂੰ ਵਰਕਰ ਸਮਝਿਆ, ਕਦੀ ਆਪਣੇ ਆਪ ਨੂੰ ਲੀਡਰ ਨਹੀਂ ਸਮਝਿਆ। ਮਗਰ ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਪਿੱਛੇ ਨਹੀਂ ਹਟਣਾ। ਮੈਨੂੰ ਰੋਜ਼ ਫੋਨ ਆਉਂਦੇ, ਜੀ ਗਲਤੀ ਨਾ ਕਰਿਓ, ਤੁਸੀਂ ਜ਼ਰੂਰ ਦਾਅਵੇਦਾਰ ਬਣਨਾ ਹੈ। ਮੈਂ ਸਿੱਧੂ ਸਾਹਿਬ ਨੂੰ ਇੱਕ ਜ਼ਰੂਰ ਦਰਖਾਸਤ ਕਰੂੰਗੀ। ਤੁਸੀਂ ਕਹਿੰਦੇ ਕਿ ਜੇਤੂ ਕੈਂਡੀਡੇਟ, ਮੈਂ ਕਹਿੰਦੀ ਹਾਂ ਕਿ ਚੰਗੇ ਕੈਂਡੀਡੇਟ, ਉਹ ਵੀ ਬਹੁਤ ਜ਼ਰੂਰੀ ਹੈ। ਕੋਈ ਚੋਰ ਮਚੱਕਿਆਂ ਨੂੰ ਤੁਸੀਂ ਜਿਤਾ ਲੋਗੇ ਤੇ ਪਾਰਟੀ ਦਾ ਬੇੜਾ ਗਰਕ ਹੋ ਜਾਊਗਾ। ਹਾਂ, ਉਹ ਵੀ ਜ਼ਰੂਰੀ ਹੈ ਕਿ ਚੰਗੇ, ਕਾਬਲ, ਇਮਾਨ ਲੋਕਾਂ ਨੂੰ ਤੁਸੀਂ ਅੱਗੇ ਲਾਓ ਕਿ ਸਾਡੀ ਪਾਰਟੀ ਦੀ ਛਵੀ ਕਾਇਮ ਰਹੇ। ਜੇਕਰ ਟਿਕਟ ਨਹੀਂ ਮਿਲਦੀ, ਕਿਸੇ ਨਾ ਕਾਰਨਾਂ ਕਰਕੇ ਮਿਲੇ, ਆਪਾਂ ਤਾਂ ਅਰਦਾਸ ਇਹੀ ਕਰਦੇ ਹਾਂ ਨਾ, ਜੇਕਰ ਨਹੀਂ ਮਿਲਦੀ ਤਾਂ ਫਿਰ ਵੀ ਤੁਸੀਂ ਸਟੈਂਡ ਤੇ ਕਾਇਮ ਹੋ, ਕਾਂਗਰਸ ਨਾਲ ਹੀ ਰਹੋਗੇ ਜੀ? ਕੋਸ਼ਿਸ਼ ਤਾਂ ਮੇਰੀ ਇਹੀ ਹੈ ਜੀ ਕਿ ਮੈਂ ਕਾਂਗਰਸ ਦੇ ਵਿੱਚ ਹੀ ਰਹਾਂ। ਤੁਸੀਂ ਇਸ ਕੋਠੀ ਦੇ ਵਿੱਚ ਇੰਦਰਾ ਗਾਂਧੀ 3 ਵਾਰੀ ਆਈ ਹੈ ਜੀ। ਮੇਰੀ ਸ਼ਾਦੀ ਦੇ ਵਿੱਚ, ਬਰਾਤ ਦੇ ਵਿੱਚ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ, ਸੰਜੇ ਗਾਂਧੀ ਬਰਾਤੀ ਬਣ ਕੇ ਆਏ ਆ। ਮੈਂ ਇਸ ਟੱਬਰ ਨਾਲ ਜੁੜੀ ਹੋਈ ਹਾਂ। ਪਿਛਲੀ ਵਾਰੀ ਸਾਰੇ ਕਹਿੰਦੇ ਟਿਕਟ ਬੀਬੀ ਨੂੰ ਨਹੀਂ ਮਿਲਦੀ, ਕੈਪਟਨ ਸਾਹਿਬ ਮੈਨੂੰ ਟਿਕਟ ਨਹੀਂ ਦੇ ਰਹੇ ਸੀ, ਮੈਨੂੰ ਸੋਨੀਆ ਗਾਂਧੀ ਨੇ ਟਿਕਟ ਦਿੱਤੀ ਸੀ। ਇਸ ਵਾਰ ਵੀ ਉੱਥੇ ਹੀ ਲੈ ਕੇ ਆਉਣੀ ਟਿਕਟ ਜੀ? ਫਿਰ ਮੈਂ ਉੱਥੇ ਵੀ ਜਾ ਕੇ ਹਾਜ਼ਰੀ ਜ਼ਰੂਰ ਲਾਉਂਗੀ। ਹਾਜ਼ਰੀ ਚੰਨੀ ਜੀ ਨੂੰ ਵੀ ਕਹੂੰਗੀ, ਮੈਂ ਕਾਂਗਰਸ ਦੇ ਇੱਕ ਸ਼ਖਸ ਹੈ ਬਈ, ਤੇ ਕਾਂਗਰਸ ਦੇ ਨਾਲ ਜੁੜੀ ਹੋਈ ਹਾਂ, ਤੇ ਮੇਰਾ ਹੱਕ ਬਣਦਾ। ਸਾਡਾ ਟੱਬਰ 1957 ਤੋਂ ਲੈ ਕੇ ਅੱਜ ਤੱਕ ਕਦੇ ਪਿੱਛੇ ਨਹੀਂ ਹਟੇ। ਅਸੀਂ ਕਾਂਗਰਸ ਦੇ ਨਾਲ ਖੜੇ ਹਾਂ ਤੇ ਕਾਂਗਰਸ ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜੇ ਹਾਂ। ਮੈਂ ਤਾਂ ਕਹਿੰਦੀ ਸਭ ਤੋਂ ਪੁਰਾਣੀ ਟਕਸਾਲੀ ਟੱਬਰ ਹੁਣ ਕਾਂਗਰਸ ਦਾ ਆਪਾਂ ਹੀ ਹੋਵਾਂਗੇ, ਜਾਂ ਜਾਖੜ ਸਾਹਿਬ ਦਾ ਹੋਊਗਾ, ਸਾਡਾ ਹੋਊਗਾ, ਇੱਕ ਮੇਰਾ ਖਿਆਲ ਸੁਖਜਿੰਦਰ ਰੰਧਾਵਾ ਦਾ ਟੱਬਰ ਹੋਊਗਾ, ਤੇ ਹੋਰ ਮੇਰਾ ਖਿਆਲ ਰਣਦੀਪ ਨਾਭੇ ਦਾ ਹੋਊਗਾ। ਬਾਕੀ ਤਾਂ ਟਕਸਾਲੀ ਹੈ ਹੀ ਨਹੀਂ, ਕੋਈ ਆਏ ਕੋਈ ਗਏ, ਇੱਧਰੋਂ ਆਏ ਉੱਧਰੋਂ ਆਏ। ਆਪਾਂ ਖਾਲਸ ਕਾਂਗਰਸ ਟੱਬਰ ਤੋਂ ਹੈ। ਕੈਰੋਂ ਸਾਹਿਬ ਦੇ ਰਿਸ਼ਤੇਦਾਰ ਹੈ। ਕੈਰੋਂ ਸਾਹਿਬ ਦੀ ਭਰਾ ਦੀ ਬੇਟੀ ਮੇਰੇ ਸੱਸ ਸਾਹਿਬ ਸੀ, ਉਹ ਭੱਟ ਸਾਹਿਬ ਨੂੰ ਸਿਆਸਤ 'ਚ ਲੈ ਕੇ ਆਏ, ਉਦੋਂ ਦੇ ਲੱਗੇ ਹੋਏ ਆ ਜੀ। ਜੀ ਬਹੁਤ ਬਹੁਤ ਟਾਈਮ ਦੇਣ ਲਈ, ਬੜਾ ਕੀਮਤੀ ਸਮਾਂ ਤੁਹਾਡਾ ਨਾ ਵਰਕਰ ਉਡੀਕ ਰਹੇ ਸੀ, ਸੋ ਥੈਂਕ ਯੂ। ਸੋ ਗੱਲਬਾਤ ਕੀਤੀ ਹੈ ਬੀਬਾ ਕਰਨ ਕੌਰ ਬਰਾੜ ਨਾਲ, ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਦਾ ਕਹਿਣਾ ਜੇਕਰ ਟਿਕਟ ਨਹੀਂ ਮਿਲਦੀ ਤਾਂ ਪਾਰਟੀ ਵਿੱਚ ਰਹਿਣਗੇ, ਉਹਨਾਂ ਦੀ ਇਹੀ ਕੋਸ਼ਿਸ਼ ਰਹੂਗੀ। ਅੱਗੇ ਸਮੀਕਰਨ ਕੀ ਬਣਦੇ ਹਨ ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਰ ਮਿਲਦੇ ਹਾਂ ਕਿਸੇ ਹੋਰ ਸ਼ਖਸੀਅਤ ਨਾਲ। ਧੰਨਵਾਦ।